ਅਤੇ ਸਤਿਕਾਰਯੋਗ ਟੀਚਰ ਸਹਿਬਾਨ, ਅੱਜ +1 ਦੇ ਹਿਸਟਰੀ ਦੇ ਲੈਕਚਰ ਦੇ ਵਿੱਚ ਮੈਂ ਡਾਕਟਰ ਭੁਪਿੰਦਰ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਵਿਦਿਆਰਥੀਓ, ਅੱਜ ਜੋ ਸਾਡਾ ਵਿਸ਼ਾ ਹੈ ਉਹ ਹੈ ਸਮਾਜਿਕ ਧਾਰਮਿਕ ਅੰਦੋਲਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਕਿ ਇਸ ਤੋਂ ਪਹਿਲਾਂ ਦਿੱਲੀ ਸਲਤਨਤ ਦੇ ਬਾਰੇ ਜਦੋਂ ਅਸੀਂ ਪੜ੍ਹਿਆ ਤਾਂ ਦਿੱਲੀ ਸਲਤਨਤ ਦੇ ਵਿੱਚ ਬਹੁਤ ਸਾਰੇ ਬਦਲਾਵ ਆਏ। ਉਹ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ ਬਦਲਾਵ ਆਏ। ਉਹਨਾਂ ਤਬਦੀਲੀਆਂ ਦੇ ਕਾਰਨ ਸਮਾਜ ਦੇ ਉੱਤੇ ਬਹੁਤ ਹੀ ਗਹਿਰਾ ਪ੍ਰਭਾਵ ਪਿਆ ਸੀ ਔਰ ਇਸ ਕਰਕੇ ਉਸ ਵੇਲੇ ਬਹੁਤ ਸਾਰੀਆਂ ਚੇਂਜਿਸ ਆਈਆਂ ਸੋਸਾਇਟੀ ਦੇ ਵਿੱਚ। ਉਹ ਰਾਜਨੀਤਿਕ ਤੌਰ ਤੇ ਵੀ ਆਈਆਂ ਸੀ ਔਰ ਜਿਸ ਦੇ ਨਾਲ, ਕਿਉਂਕਿ ਉਸ ਵੇਲੇ ਮੁਸਲਿਮ ਕਮਿਊਨਿਟੀ ਬਹੁਤ ਜ਼ਿਆਦਾ ਹਾਵੀ ਹੋ ਰਹੀ ਸੀ ਸਮਾਜ ਦੇ ਉੱਤੇ, ਕਿਉਂਕਿ ਉਸ ਵੇਲੇ ਮੁਸਲਿਮ ਰੂਲਰ ਭਾਰਤ ਦੇ ਵਿੱਚ ਆਪਣੇ ਪੈਰ ਜਮਾ ਚੁੱਕੇ ਸੀਗੇ। ਇਸ ਕਰਕੇ ਉਸ ਵੇਲੇ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਪ੍ਰਭਾਵ ਉਹਨਾਂ ਦਾ ਹਰ ਖੇਤਰ ਦੇ ਵਿੱਚ ਪੈ ਚੁੱਕਿਆ ਸੀ। ਔਰ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਇਸ ਦੇ ਨਾਲ ਹਿੰਦੂ ਸਮਾਜ ਨੂੰ ਦੁਬਾਰਾ ਤੋਂ ਰਿਵਾਈਵ ਕਰਨ ਦੇ ਲਈ, ਉਸ ਨੂੰ ਪੁਨਰ ਜਾਗਰਿਤ ਕਰਨ ਦੇ ਲਈ ਬਹੁਤ ਸਾਰੀਆਂ ਚੇਂਜਿਸ ਆਈਆਂ। ਉਸ ਵੇਲੇ ਭਗਤੀ ਅੰਦੋਲਨ ਚੱਲੇ, ਉਸ ਵੇਲੇ ਸੰਤ ਲਹਿਰ ਚੱਲੀ, ਉਸੇ ਵੇਲੇ ਹੀ ਸ਼ੈਵ ਮਤ ਇੱਕ ਡਿਫਰੈਂਟ ਇੱਕ ਸੈਕਟ ਸੀ ਉਹ ਚੱਲਿਆ ਔਰ ਉਹਨਾਂ ਸਾਰਿਆਂ ਦਾ ਮੋਟਿਵ ਇੱਕ ਹੀ ਸੀ ਕਿ ਕਿਸ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਨਾਲ ਜੋੜਨ ਦੇ ਲਈ ਔਰ ਹਿੰਦੂ ਧਰਮ ਨੂੰ ਦੁਬਾਰਾ ਤੋਂ ਆਪਣੀ ਪੁਰਾਣੀ ਹਾਲਤ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਗਿਆ ਸੀ। ਇਸ ਤਰ੍ਹਾਂ ਉਸ ਵੇਲੇ ਅਸੀਂ ਇਹਨਾਂ ਸਾਰੀ ਚੇਂਜਸ ਦੇ ਬਾਰੇ ਡਿਸਕਸ ਕਰਾਂਗੇ। ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਉਸ ਵੇਲੇ ਸਮਾਜਿਕ ਧਾਰਮਿਕ ਤੌਰ ਤੇ ਕਿਹੜੀਆਂ-ਕਿਹੜੀਆਂ ਚੇਂਜਸ ਆਈਆਂ ਸੀ, ਜੋ ਕਿ ਹੁਣੇ ਤੁਸੀਂ ਦੇਖੋਗੇ। ਅਸੀਂ ਪਹਿਲੀ ਸਲਾਈਡ ਤੇ ਚੱਲਦੇ ਹਾਂ ਵਿਦਿਆਰਥੀਓ, ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨਵੇਂ ਵਰਗਾਂ ਦਾ ਉਭਾਰ, ਕਿ ਰਾਈਜ਼ ਆਫ ਨਿਊ ਕਾਸਟ। ਉਸ ਵੇਲੇ ਬਹੁਤ ਸਾਰੇ ਨਵੇਂ ਵਰਗ ਹੋਂਦ ਵਿੱਚ ਆਏ ਸੀ, ਕਿਉਂਕਿ ਸਲਤਨਤ ਕਾਲ ਦੇ ਵਿੱਚ ਸ਼ਾਸਕ ਵਰਗ ਵਿੱਚ ਤੁਰਕ ਅਤੇ ਪਠਾਨ ਜਾਂ ਅਫਗਾਨ ਲੋਕ ਸ਼ਾਮਿਲ ਸਨ। ਇਸ ਦੇ ਨਾਲ ਨਾਲ ਈਰਾਨੀ ਅਤੇ ਅਰਬੀ ਪਰਿਵਾਰ ਵੀ ਉੱਤਰ ਭਾਰਤ ਵਿੱਚ ਵਸ ਗਏ ਸਨ ਔਰ ਇਹਨਾਂ ਈਰਾਨੀਆਂ ਅਤੇ ਅਰਬੀਆਂ ਦਾ ਸ਼ਾਸਕ ਵਰਗ ਨਾਲ ਨੇੜੇ ਦਾ ਸੰਬੰਧ ਤਾਂ ਸੀ, ਪਰ ਉਹ ਪ੍ਰਸ਼ਾਸਕ ਨਹੀਂ ਸਨ। ਉਹਨਾਂ ਵਿੱਚ ਮੁੱਖ ਰੂਪ ਨਾਲ ਵਪਾਰੀ, ਲੇਖਕ, ਮੁੱਲਾ ਤੇ ਸੂਫੀ ਸਨ। ਇਹਨਾਂ ਬਾਹਰ ਤੋਂ ਆਉਣ ਵਾਲਿਆਂ ਵਿੱਚੋਂ ਕਈ ਵਿਅਕਤੀਆਂ ਨੇ ਭਾਰਤੀ ਇਸਤਰੀਆਂ ਨਾਲ ਵਿਵਾਹਿਕ ਸੰਬੰਧ ਕਾਇਮ ਕਰ ਲਏ ਸਨ ਉਸ ਵੇਲੇ ਔਰ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਸੀ। ਔਰ ਉਸ ਤੋਂ ਇਲਾਵਾ ਕਿਸੇ ਨਾ ਕਿਸੇ ਕਾਰਨ ਕਰਕੇ ਬਹੁਤ ਸਾਰੇ ਦਸਤਕਾਰਾਂ ਔਰ ਕਾਰੀਗਰਾਂ ਨੇ ਔਰ ਕਿਸਾਨਾਂ ਨੇ ਪਿੰਡਾਂ ਦੇ ਵਿੱਚ ਇਸਲਾਮ ਨੂੰ ਕਬੂਲ ਕਰ ਲਿਆ ਸੀ। ਫਲਸਰੂਪ ਉੱਤਰੀ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਕਾਫੀ ਵੱਡੇ ਇਲਾਕੇ ਦੇ ਵਿੱਚ ਪ੍ਰਸਾਰ ਹੋ ਗਿਆ ਸੀ। ਇਸ ਤਰ੍ਹਾਂ ਉਸ ਵੇਲੇ ਮੁਸਲਮਾਨਾਂ ਵਿੱਚ ਵੀ ਕੁੱਲਾਂ ਅਤੇ ਕਿੱਤਿਆਂ ਦੀ ਦ੍ਰਿਸ਼ਟੀ ਨਾਲ ਕਾਫੀ ਜ਼ਿਆਦਾ ਭਿੰਨਤਾ ਆ ਚੁੱਕੀ ਸੀ ਔਰ ਦਾਸਾਂ ਦਾ, ਜਿਹਨੂੰ ਅਸੀਂ ਸਲੇਵਸ ਕਹਿੰਦੇ ਹਾਂ, ਗੁਲਾਮ, ਉਹਨਾਂ ਦਾ ਵੀ ਇੱਕ ਨਵਾਂ ਵਰਗ ਉਸ ਵੇਲੇ ਹੋਂਦ ਵਿੱਚ ਆ ਚੁੱਕਿਆ ਸੀ। ਇਸ ਤਰ੍ਹਾਂ ਕਈ ਨਵੇਂ ਵਰਗਾਂ ਦਾ ਉਸ ਵੇਲੇ ਜਨਮ ਹੋਇਆ ਸੀ। ਸੈਕਿੰਡ ਹੈ ਵਿਦਿਆਰਥੀਓ ਸਾਡੇ ਕੋਲ ਕਿ ਪ੍ਰਸ਼ਾਸਨ ਵਿੱਚ ਹਿੰਦੂਆਂ ਦੀ ਹਿੱਸੇਦਾਰੀ। ਉਸ ਵੇਲੇ ਸਮਾਜਿਕ ਪਰਿਵਰਤਨਾਂ ਦਾ ਸਮਾਜ ਦੇ ਦੇਸੀ ਤੱਤਾਂ ਤੇ ਵੀ ਪ੍ਰਭਾਵ ਪਿਆ ਸੀ, ਕਿਉਂਕਿ ਹੁਣ ਪੁਰਾਣੇ ਰਾਜਪੂਤਾਂ ਤੇ ਸ਼ਾਸਕ ਵਰਗ ਦਾ ਸਥਾਨ ਨਵੇਂ ਸ਼ਾਸਕ ਵਰਗ ਨੇ ਉਸ ਵੇਲੇ ਲੈ ਲਿਆ ਸੀ ਔਰ ਇਹਨਾਂ ਵਿੱਚੋਂ ਕੁਝ ਹੀ ਸੁਤੰਤਰ ਸ਼ਾਸਕ ਸੀ, ਜਦੋਂ ਕਿ ਜ਼ਿਆਦਾਤਰ ਸੁਲਤਾਨਾਂ ਦੇ ਦੇਸੀ ਸਮੰਤ ਸਨ। ਪਰੰਤੂ ਪ੍ਰਸ਼ਾਸਨ ਦੇ ਹੇਠਲੇ ਤੋਂ ਉਸ ਵੇਲੇ ਹੇਠਲੇ ਤੋਂ ਹੇਠਲੇ ਪੱਧਰ ਤੱਕ ਇਹਨਾਂ ਦੇਸੀ ਲੋਕਾਂ ਦੀ ਪ੍ਰਭੁਤਾ ਸੀ ਔਰ ਭੂਮੀ ਕਰ ਦਾ ਪ੍ਰਬੰਧ ਸਾਰੇ ਦਾ ਸਾਰਾ ਇਹਨਾਂ ਦੇ ਹੱਥਾਂ ਵਿੱਚ ਸੀ ਔਰ ਸਧਾਰਨ ਤੌਰ ਤੇ ਉੱਚ ਮੁਸਲਿਮ ਅਧਿਕਾਰੀਆਂ ਦੇ ਉਹ ਅਧੀਨ ਹੁੰਦੇ ਸਨ। ਇਸ ਤੋਂ ਬਾਅਦ ਨੈਕਸਟ ਹੈ ਸਟੂਡੈਂਟਸ, ਬ੍ਰਾਹਮਣਾਂ ਦੀ ਪ੍ਰਭੁਤਾ ਵਿੱਚ ਕਮੀ। ਕਿਉਂਕਿ ਉਸ ਵੇਲੇ ਜਿਹੜੀ ਬ੍ਰਾਹਮਣਸ ਦੀ ਸੁਪਰੀਮੇਸੀ ਸੀ ਉਹ ਹੁਣ ਕਾਫੀ ਘਟ ਚੁੱਕੀ ਸੀ। ਕੁਝ ਬ੍ਰਾਹਮਣ ਅਜੇ ਵੀ ਰਾਜਯੋਸ਼ੀ ਦੇ ਨਾਲ ਨਾਲ ਪ੍ਰਸ਼ਾਸਨ ਵਿੱਚ ਕਈ ਉੱਚੇ ਅਹੁਦਿਆਂ ਤੇ ਨਿਯੁਕਤ ਸਨ। ਭਾਵੇਂ ਬਦਲੀਆਂ ਹੋਈਆਂ ਹਾਲਾਤਾਂ ਵਿੱਚ ਉਹਨਾਂ ਨੂੰ ਨਵੇਂ ਸੰਰਖਣ ਅਤੇ ਨਵੇਂ ਕਿੱਤਿਆਂ ਦੀ ਖੋਜ ਕਰਨੀ ਪਈ ਸੀ ਉਸ ਵੇਲੇ ਔਰ ਇਸ ਦੇ ਬਾਵਜੂਦ ਸਮਾਜ ਵਿੱਚ ਉਹਨਾਂ ਦਾ ਪ੍ਰਭਾਵ ਬਹੁਤ ਹੀ ਕਾਇਮ ਸੀ ਉਸ ਵੇਲੇ। ਇਸ ਤੋਂ ਬਾਅਦ ਨੈਕਸਟ ਅਸੀਂ ਅੱਗੇ ਚੱਲਦੇ ਹਾਂ ਕਿ ਭਾਰਤ ਵਿੱਚ ਇਸਲਾਮ ਇਨ ਇੰਡੀਆ।
ਜਿਸ ਦੇ ਵਿੱਚ ਫਸਟ ਤੁਸੀਂ ਦੇਖ ਰਹੇ ਹੋ ਕਿ ਉਲੇਮਾਸ ਦੀ ਅਸੀਂ ਗੱਲ ਕਰਦੇ ਹਾਂ। ਉਲੇਮਾ ਜੋ ਕਿ ਉਸ ਵੇਲੇ ਦੀ ਮੁਸਲਿਮ ਸਮਾਜ ਦੇ ਵਿੱਚ ਸਭ ਤੋਂ ਉਲੇਮਾਸ ਨੂੰ ਉੱਚਾ ਸਥਾਨ ਪ੍ਰਾਪਤ ਸੀ। ਇਹ ਮੁਸਲਿਮ ਜਗਤ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਹੁੰਦੇ ਸਨ। ਵਿਦਿਆਰਥੀਓ, ਪ੍ਰੀਖਿਆ ਦੇ ਵਿੱਚ ਤੁਹਾਨੂੰ ਆਬਜੈਕਟਿਵ ਟਾਈਪ ਕੁਐਸਚਨ ਪੁੱਛਿਆ ਜਾ ਸਕਦਾ ਹੈ 1 ਨੰਬਰ ਦੇ ਲਈ ਕਿ ਉਲੇਮਾ ਕੌਣ ਹੁੰਦੇ ਸਨ ਜਾਂ ਉਲੇਮਾ ਕਿਹਨਾਂ ਨੂੰ ਕਿਹਾ ਜਾਂਦਾ ਸੀ, ਤਾਂ ਤੁਸੀਂ ਉਸ ਦਾ ਉੱਤਰ ਦੇ ਸਕਦੇ ਹੋ ਕਿ ਮੁਸਲਿਮ ਜਗਤ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਨੂੰ ਉਲੇਮਾ ਕਿਹਾ ਜਾਂਦਾ ਸੀ। ਇਹ ਕੁਰਾਨ ਅਤੇ ਹਦੀਸ ਦੇ ਉੱਪਰ ਆਧਾਰਿਤ ਸਾਰੇ ਉਸ ਦੇ ਅਕੋਰਡਿੰਗਲੀ ਹੀ ਸਾਰੇ ਫੈਸਲੇ ਸੁਣਾਇਆ ਕਰਦੇ ਸੀ ਔਰ ਸੁਲਤਾਨ ਇਹਨਾਂ ਦੇ ਕਹਿਣੇ ਤੋਂ ਬਾਹਰ ਨਹੀਂ ਜਾਂਦੇ ਸਨ, ਕਿਉਂਕਿ ਇਹ ਆਮ ਤੌਰ ਤੇ ਇਹਨਾਂ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੁੰਦਾ ਸੀ ਉਸ ਵੇਲੇ ਦਰਬਾਰ ਦੇ ਵਿੱਚ, ਔਰ ਸੁਲਤਾਨ ਜ਼ਿਆਦਾਤਰ ਇਹਨਾਂ ਤੋਂ ਪੁੱਛ ਕੇ ਹੀ ਧਾਰਮਿਕ ਤੌਰ ਤੇ ਫੈਸਲੇ ਲਿਆ ਕਰਦੇ ਸਨ। ਮੁਸਲਿਮ ਜਗਤ ਦੇ ਵਿੱਚ ਇਹਨਾਂ ਦੀ ਪਲੇਸ ਬਹੁਤ ਜ਼ਿਆਦਾ ਉੱਚੀ ਹੁੰਦੀ ਸੀ। ਔਰ ਇਸ ਦੇ ਨਾਲ ਉਲੇਮਾ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਉਲੇਮਾਸ ਉਹ 5 ਤਰ੍ਹਾਂ ਦੇ ਨਾਲ ਉਹ ਮੰਨਦੇ ਸਨ ਕਿ 5 ਸ਼ਰਤਾਂ ਦਾ ਜ਼ਰੂਰ ਇੱਕ ਸੱਚੇ ਮੁਸਲਮਾਨ ਨੂੰ ਪਾਲਨ ਕਰਨਾ ਚਾਹੀਦਾ, ਜਿਸ ਦੇ ਵਿੱਚ ਸਟੂਡੈਂਟਸ ਕਿ ਇੱਕ ਤਾਂ ਇਹ ਸੀ ਕਿ ਉਹਨਾਂ ਨੂੰ ਨਮਾਜ਼ ਅਦਾ ਕਰਨੀ ਚਾਹੀਦੀ ਹੈ, ਇਸ ਦੇ ਨਾਲ ਉਹਨਾਂ ਨੂੰ ਹਜ ਤੇ ਜਾਣਾ ਚਾਹੀਦਾ ਹੈ, ਔਰ ਉਹਨਾਂ ਨੂੰ ਜ਼ਕਾਤ ਜਿਸ ਨੂੰ ਕਿ ਅਸੀਂ ਦਾਨ ਕਹਿ ਸਕਦੇ ਹਾਂ ਕਿ ਉਹ ਦਾਨ ਦੇਣਾ ਚਾਹੀਦਾ ਹੈ, ਔਰ ਇਸ ਦੇ ਨਾਲ ਸਾਰਿਆਂ ਨਾਲ ਪ੍ਰੇਮ ਭਾਵ ਦੇ ਨਾਲ ਰਹਿਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਟੋਟਲ 5 ਜੋ ਸ਼ਰਤਾਂ ਸਨ ਜਿਨ੍ਹਾਂ ਦਾ ਨਿਯਮਾਂ ਦੇ ਤਹਿਤ ਪਾਲਣ ਕਰਨ ਦੇ ਲਈ ਦੱਸਿਆ ਜਾਂਦਾ ਸੀ। ਇਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਦੇ ਹਾਂ ਸੂਫੀ ਮਤ ਦੀ। ਸੂਫੀ ਮਤ, ਸੂਫੀਇਜ਼ਮ ਜਿਸ ਨੂੰ ਕਿਹਾ ਜਾਂਦਾ ਹੈ, ਸੂਫੀ ਸ਼ਬਦ ਅਰਬੀ ਦੇ ਸਫ ਸ਼ਬਦ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਚਟਾਈ। ਅਰਬੀ ਦੇ ਇਸ ਸਫ ਸ਼ਬਦ ਤੋਂ ਹੀ ਸਫਾ ਸ਼ਬਦ ਬਣਿਆ ਹੈ ਜਿਸ ਦਾ ਅਰਥ ਹੈ ਲਾਈਨ ਜਾਂ ਸਮੂਹ। ਇਸ ਤਰ੍ਹਾਂ ਸੂਫੀ ਉਹਨਾਂ ਲੋਕਾਂ ਨੂੰ ਕਿਹਾ ਹੈ ਜੋ ਈਸ਼ਵਰ ਦੇ ਦਰਬਾਰ ਵਿੱਚ ਪਹਿਲੀ ਲਾਈਨ ਦੇ ਵਿੱਚ ਖੜੇ ਹੁੰਦੇ ਸਨ। ਸੂਫੀ ਇਸਲਾਮ ਧਰਮ ਦੀ ਹੀ ਇੱਕ ਸ਼੍ਰੇਣੀ ਸੀ ਔਰ ਇਸ ਦਾ ਉਭਾਰ ਈਰਾਨ ਵਿੱਚ ਹੋਇਆ ਸੀ। ਸੂਫੀ ਸ਼ਬਦ ਸੂਫੀ ਜਿਹੜਾ ਸ਼ਬਦ ਹੈ ਉਸ ਤੋਂ ਭਾਵ ਹੈ ਸ਼ੁੱਧ ਜਾਂ ਪਵਿੱਤਰ ਤੋਂ ਵੀ ਹੁੰਦਾ ਹੈ, ਔਰ ਕੁਝ ਲੋਕਾਂ ਦਾ ਵਿਚਾਰ ਇਹ ਵੀ ਹੈ ਕਿ ਉਹਨਾਂ ਨੂੰ ਸੂਫੀ ਇਸ ਲਈ ਕਿਹਾ ਗਿਆ ਹੈ ਕਿਉਂਕਿ ਉਹ ਸੂਫ ਭਾਵ ਉੱਨ ਦੇ ਬਣੇ ਹੋਏ ਵਸਤਰ ਪਾਉਂਦੇ ਸਨ। ਇਸ ਤਰ੍ਹਾਂ ਵਿਆਪਕ ਅਰਥਾਂ ਵਿੱਚ ਸੂਫੀ ਉਹਨਾਂ ਮੁਸਲਮਾਨ ਵਿਚਾਰਕਾਂ ਦੇ ਸੰਪਰਦਾਇ ਸਨ ਜੋ ਕਿ ਸੰਪਰਦਾਇ ਦੇ ਨਾਂ ਸਨ ਜੋ ਕਿ ਸੰਸਾਰਿਕ ਸੁੱਖ ਭੋਗ ਤੋਂ ਨਿਰਲੇਪ ਰਹਿ ਕੇ ਸਰਲ ਅਤੇ ਸ਼ੁੱਧ ਜੀਵਨ ਬਤੀਤ ਕਰਦੇ ਸਨ, ਔਰ ਜਿਨ੍ਹਾਂ ਦੇ ਜੀਵਨ ਦਾ ਉਦੇਸ਼ ਕਲਿਆਣ ਸੀਗਾ, ਜੋ ਉਸ ਵੇਲੇ ਕਲਿਆਣ ਕਰਨਾ ਸੀ ਔਰ ਦੀਨ ਦੁਖੀਆਂ ਦੀ ਸੇਵਾ ਕਰਨਾ ਵੀ ਹੁੰਦਾ ਸੀ। ਇਸ ਤਰ੍ਹਾਂ ਅਜਿਹੇ ਧਾਰਮਿਕ ਵਿਅਕਤੀਆਂ ਦੇ ਵਿਚਾਰਾਂ ਨੂੰ ਸੂਫੀ ਮਤ ਕਿਹਾ ਗਿਆ ਸੀ, ਔਰ ਸੂਫੀ ਇਸਲਾਮ ਧਰਮ ਦੀ ਇੱਕ ਸ਼੍ਰੇਣੀ ਸੀ, ਔਰ ਇਸ ਤਰ੍ਹਾਂ ਅਜਿਹੇ ਧਾਰਮਿਕ ਵਿਅਕਤੀਆਂ ਦੇ ਵਿਚਾਰਾਂ ਨੂੰ ਸੂਫੀ ਮਤ ਉਸ ਵੇਲੇ ਕਿਹਾ ਜਾਣ ਲੱਗ ਪਿਆ ਸੀ। ਔਰ ਸੂਫੀ ਸਿਲਸਿਲੇ ਉਸ ਵੇਲੇ ਮੁੱਖ ਤੌਰ ਤੇ 2 ਵਰਗਾਂ ਦੇ ਵਿੱਚ ਵੰਡੇ ਹੋਏ ਸੀ। ਪਹਿਲਾ ਵਰਗ ਸੀ ਬਾਸ਼ਰਾ, ਭਾਵ ਕਿ ਉਹ ਜੋ ਇਸਲਾਮੀ ਵਿਧਾਨ ਨੂੰ ਮੰਨ ਕੇ ਚੱਲਦੇ ਸੀ। ਦੂਸਰਾ ਸੀ ਬੇਸ਼ਰਾ, ਭਾਵ ਜੋ ਸ਼ਰਅ ਨਾਲ ਬੱਝੇ ਹੋਏ ਨਹੀਂ ਸਨ। ਸਮਾਂ ਬੀਤਣ ਦੇ ਨਾਲ ਸੂਫੀ 12 ਵਰਗਾਂ ਦੇ ਵਿੱਚ ਵੰਡੇ ਗਏ ਸੀ, ਭਾਵ 12 ਸਿਲਸਿਲਿਆਂ ਦੇ ਵਿੱਚ ਉਹ ਵੰਡੇ ਗਏ ਸੀ। ਹਰੇਕ ਵਰਗ ਦਾ ਇੱਕ ਗੁਰੂ ਹੁੰਦਾ ਸੀ ਉਸ ਵੇਲੇ, ਔਰ ਉਹ ਗੁਰੂ ਜਿਸ ਨੂੰ ਪੀਰ ਵੀ ਕਿਹਾ ਗਿਆ ਹੈ ਬਹੁਤ ਹੀ ਪਵਿੱਤਰ ਜੀਵਨ ਬਤਾਉਂਦਾ ਸੀ, ਔਰ ਆਪਣੇ ਮੁਰੀਦ ਜਿਨ੍ਹਾਂ ਨੂੰ ਅਸੀਂ ਸ਼ਿਸ਼ ਕਹਿ ਸਕਦੇ ਹਾਂ, ਚੇਲੇ ਕਹਿ ਸਕਦੇ ਹਾਂ, ਉਹਨਾਂ ਦੇ ਨਾਲ ਖਾਨਗਾਹ ਜਿਸ ਨੂੰ ਅਸੀਂ ਆਸ਼ਰਮ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ ਉਹ ਰਹਿੰਦਾ ਸੀ। ਨੈਕਸਟ ਹੈ ਸਾਡੇ ਕੋਲ ਵਿਦਿਆਰਥੀਓ ਕਿ ਸੂਫੀ ਮਤ ਦੀਆਂ ਸਿੱਖਿਆਵਾਂ। ਸੂਫੀ ਮਤ ਦੇ ਅਸੀਂ ਜੇ ਸਿੱਖਿਆਵਾਂ ਦੀ ਗੱਲ ਕਰਦੇ, ਉਹਨਾਂ ਦੀ ਟੀਚਿੰਗਸ ਦੀ ਗੱਲ ਕਰਦੇ ਹਾਂ, ਤਾਂ ਫਸਟ ਹੈ ਸਾਡੇ ਕੋਲ ਕਿ ਇੱਕ ਪਰਮਾਤਮਾ ਦੇ ਵਿੱਚ ਯਕੀਨ। ਸੂਫੀਜ਼ ਮੰਨਦੇ ਸੀ ਕਿ ਉਹਨਾਂ ਦੇ ਅਨੁਸਾਰ ਈਸ਼ਵਰ ਇੱਕ ਹੈ। ਜਿਵੇਂ ਜਨਰਲੀ ਅਸੀਂ ਗੱਲ ਕਰਦੇ ਹਾਂ ਕਿ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਉਹਨਾਂ ਦੇ ਅਕੋਰਡਿੰਗਲੀ ਕਿ ਚਾਹੇ ਅਸੀਂ ਉਸ ਨੂੰ ਕਿਸੇ ਵੀ ਰੂਪ ਦੇ ਨਾਲ ਬੁਲਾਈਏ ਲੇਕਿਨ ਉਹ ਇੱਕੋ ਹੀ ਹੈ, ਔਰ ਅਸੀਂ ਚਾਹੇ ਅਲੱਗ-ਅਲੱਗ ਧਰਮਾਂ ਦੇ ਵਿੱਚ ਉਸ ਨੂੰ ਅਲੱਗ-ਅਲੱਗ ਰੂਪ ਦੇ ਵਿੱਚ ਮੰਨਦੇ ਹਾਂ, ਲੇਕਿਨ ਸਾਡੀ ਜੋ ਇੱਕ ਪ੍ਰੇ ਹੈ, ਸਾਡੀ ਜੋ ਇੱਕ ਅਰਦਾਸ ਹੈ, ਉਹ ਇੱਕੋ ਹੀ ਜਗ੍ਹਾ ਤੇ ਪਹੁੰਚਦੀ ਹੈ।
ਔਰ ਉਹ ਮੰਨਦੇ ਸਨ ਕਿ ਉਹ ਬਹੁਤ ਹੀ ਸਰਵ ਸ਼ਕਤੀਮਾਨ ਹੈ, ਜਿਸ ਦਾ ਕੋਈ ਆਕਾਰ ਨਹੀਂ ਹੈ, ਜਿਸ ਦਾ ਕੋਈ ਸਰੂਪ ਨਹੀਂ ਹੈ, ਜਿਸ ਦਾ ਕੋਈ ਰੰਗ ਨਹੀਂ ਹੈ। ਉਹ ਇੱਕੋ ਪਰਮਾਤਮਾ ਦੇ ਵਿੱਚ ਯਕੀਨ ਕਰਦੇ ਸਨ। ਸੈਕਿੰਡ ਹੈ ਸਾਡੇ ਕੋਲ ਪੂਰਨ ਸਮਰਪਣ, ਜੋ ਕਿ ਤੁਸੀਂ ਨੈਕਸਟ ਦੇਖੋਗੇ ਕਿ ਪੂਰਨ ਸਮਰਪਣ ਕਿ ਆਪਣੇ ਆਪ ਦੇ ਵਿੱਚ ਪੂਰੀ ਤੌਰ ਤੇ ਉਹ ਮੰਨਦੇ ਸਨ ਕਿ ਪਰਮਾਤਮਾ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਹੈ ਅਗਰ ਅਸੀਂ ਪਰਮਾਤਮਾ ਨੂੰ ਪਾਉਣਾ ਹੈ ਤਾਂ, ਕਿਉਂਕਿ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੰਪਲੀਟ ਡਿਵੋਸ਼ਨ ਦੀ ਬਹੁਤ ਲੋੜ ਉਹ ਸਮਝਦੇ ਸਨ ਕਿ ਅੱਲਾ ਦੇ ਸਾਹਮਣੇ ਪੂਰਨ ਸਮਰਪਣ ਅਤੇ ਆਤਮ ਤਿਆਗ ਹੀ ਸੂਫੀਆਂ ਦਾ ਮੁੱਖ ਸਿਧਾਂਤ ਹੈ। ਹਰੇਕ ਸੂਫੀ ਨੂੰ ਸੰਸਾਰਿਕ ਮੋਹ ਮਾਇਆ ਅਤੇ ਆਪਣੀਆਂ ਇੱਛਾਵਾਂ ਨੂੰ ਤਿਆਗ ਕੇ ਆਪਣੇ ਆਪ ਨੂੰ ਅੱਲਾ ਦੇ ਸਾਹਮਣੇ ਸਮਰਪਿਤ ਕਰ ਦੇਣਾ ਚਾਹੀਦਾ ਹੈ। ਨੈਕਸਟ ਹੈ ਸਾਡੇ ਕੋਲ ਪੀਰ। ਪੀਰ ਜਿਸ ਨੂੰ ਅਸੀਂ ਗੁਰੂ ਵੀ ਕਹਿ ਸਕਦੇ ਹਾਂ ਸਟੂਡੈਂਟਸ, ਕਿ ਪੀਰ ਜਾਂ ਗੁਰੂ ਨੂੰ ਸੂਫੀ ਮਤ ਦੇ ਵਿੱਚ ਸਭ ਨਾਲੋਂ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਉਹ ਬਹੁਤ ਹੀ ਸਾਦਾ ਜੀਵਨ ਬਤੀਤ ਕਰਦਾ ਸੀ ਅਤੇ ਆਪਣੇ ਮੁਰੀਦਾਂ ਦੀ ਭਾਵ ਚੇਲਿਆਂ ਦੀ ਰੂਹਾਨੀ ਉન્નਤੀ ਤੇ ਨਜ਼ਰ ਰੱਖਦਾ ਸੀ, ਤਾਂ ਜੋ ਉਹ ਇਸ ਸੰਸਾਰ ਰੂਪੀ ਭਾਵ ਸਾਗਰ ਤੋਂ ਪਾਰ ਹੋ ਕੇ ਅੱਲਾ ਨਾਲ ਏਕਾਗਰ ਹੋ ਜਾਣ, ਭਾਵ ਉਹ ਦੋਨੋਂ ਇੱਕ ਹੋ ਜਾਣ, ਇੱਕਮਿਕ ਹੋ ਜਾਣ। ਨੈਕਸਟ ਹੈ ਸਾਡੇ ਕੋਲ ਇਬਾਦਤ, ਨਮਾਜ਼ ਅਤੇ ਰੋਜ਼ੇ ਰੱਖਣੇ। ਇਬਾਦਤ ਕਰਨੀ ਭਾਵ ਕਿ ਸੂਫੀ ਉਸ ਵੇਲੇ ਅੱਲਾ ਦੀ ਪੂਜਾ ਤੇ ਬਹੁਤ ਜ਼ੋਰ ਦਿੰਦੇ ਸਨ। ਉਹਨਾਂ ਦਾ ਕਹਿਣਾ ਹੈ ਕਿ ਸੰਸਾਰ ਤੋਂ ਮੁਕਤੀ ਲਈ ਵਿਅਕਤੀ ਨੂੰ ਅੱਲਾ ਦੀ ਇਬਾਦਤ ਕਰਨੀ ਚਾਹੀਦੀ ਹੈ ਔਰ ਉਹ ਨਮਾਜ਼ ਪੜ੍ਹਨਾ ਵੀ ਜ਼ਰੂਰੀ ਮੰਨਦੇ ਸਨ। ਉਹਨਾਂ ਦੇ ਅਨੁਸਾਰ ਨਮਾਜ਼ ਦੁਆਰਾ ਵਿਅਕਤੀ ਆਪਣੀ ਆਤਮਾ ਦੀ ਆਵਾਜ਼ ਨੂੰ ਪਰਮਾਤਮਾ ਤੱਕ ਪਹੁੰਚਾ ਸਕਦਾ ਹੈ, ਪਰੰਤੂ ਇਸ ਲਈ ਜ਼ਰੂਰੀ ਹੈ ਕਿ ਨਮਾਜ਼ ਸੱਚੇ ਦਿਲ ਨਾਲ ਪੜ੍ਹੀ ਜਾਵੇ। ਵਿਅਕਤੀ ਨੂੰ ਆਤਮਾ ਦੀ ਸ਼ੁੱਧੀ ਲਈ ਰੋਜ਼ੇ ਵੀ ਰੱਖਣੇ ਚਾਹੀਦੇ ਹਨ। ਰੋਜ਼ੇ ਦਾ ਅਰਥ ਸਿਰਫ ਖਾਣ ਪੀਣ ਤੋਂ ਪਰਹੇਜ਼ ਕਰਨਾ ਨਹੀਂ, ਸਗੋਂ ਸੰਸਾਰਿਕ ਬੁਰਾਈਆਂ ਤੋਂ ਵੀ ਦੂਰ ਰਹਿਣਾ ਹੈ। ਨੈਕਸਟ ਹੈ ਮਨੁੱਖ ਜਾਤੀ ਨਾਲ ਪ੍ਰੇਮ, ਕਿ ਮਨੁੱਖ ਜਾਤੀ ਦੀ ਸੇਵਾ ਕਰਨਾ ਸੂਫੀ ਆਪਣਾ ਪਹਿਲਾ ਕਰਤੱਵ ਮੰਨਦੇ ਹਨ। ਉਹਨਾਂ ਦੇ ਅਨੁਸਾਰ ਸਾਰੇ ਪ੍ਰਾਣੀ ਹੀ ਇੱਕ ਅੱਲਾ ਦੀ ਸੰਤਾਨ ਹਨ, ਇਸ ਲਈ ਸਭ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਉਹਨਾਂ ਦੇ ਅਨੁਸਾਰ ਮਨੁੱਖ ਨੂੰ ਦੀਨ ਦੁਨੀਆ ਦੀ ਸੇਵਾ ਕਰਨੀ ਚਾਹੀਦੀ ਹੈ, ਧਾਰਮਿਕ ਕੱਟੜਤਾ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪ੍ਰੇਮ ਸੂਫੀਆਂ ਦਾ ਇੱਕ ਮਹੱਤਵਪੂਰਨ ਸਿਧਾਂਤ ਹੈ ਔਰ ਜਿਸ ਦੇ ਬਲ ਤੇ ਸੰਸਾਰ ਵਿੱਚ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਭਾਰਤ ਦੇ ਵਿੱਚ ਸੂਫੀ ਮਤ ਦੀ। ਭਾਰਤ ਦੇ ਵਿੱਚ ਜੋ ਸੂਫੀ ਸਿਲਸਿਲੇ ਪ੍ਰਚਲਿਤ ਹੋਏ ਉਹਨਾਂ ਵਿੱਚ ਚਿਸ਼ਤੀ ਅਤੇ ਸੋਹਰਾਵਰਦੀ, ਸਟੂਡੈਂਟਸ ਚਿਸ਼ਤੀ ਅਤੇ ਸੋਹਰਾਵਰਦੀ ਸਿਲਸਿਲੇ ਬਹੁਤ ਹੀ ਜ਼ਿਆਦਾ ਉਸ ਵੇਲੇ ਲੋਕਪ੍ਰਿਯ ਹੋਏ ਸਨ, ਬਹੁਤ ਹੀ ਜ਼ਿਆਦਾ ਮਸ਼ਹੂਰ ਹੋਏ ਸੀ ਉਸ ਵੇਲੇ। ਬਹੁਤ ਜ਼ਿਆਦਾ ਇਹਨਾਂ ਦੀ ਮਾਨਤਾ ਹੈ, ਬਹੁਤ ਹੀ ਜ਼ਿਆਦਾ ਪਵਿੱਤਰਤਾ ਇਹਨਾਂ ਦੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਚਿਸ਼ਤੀ ਸਿਲਸਿਲੇ ਦੀ ਤੇ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਸੂਫੀਆਂ ਦੇ 12 ਉਪ ਸੰਪਰਦਾਇ ਕਾਇਮ ਹੋ ਚੁੱਕੇ ਸੀ। ਇਹਨਾਂ ਵਿੱਚੋਂ 2 ਚਿਸ਼ਤੀ ਅਤੇ ਸੋਹਰਾਵਰਦੀ ਮੁੱਖ ਸਨ। ਚਿਸ਼ਤੀ ਸੂਫੀਆਂ ਵਿੱਚੋਂ ख्वाजा मोइनुद्दीन चिश्ती, ख्वाजा कुतुबुद्दीन, ਸ਼ੇਖ ਫਰੀਦ ਉਦੀਨ ਅਤੇ ਸ਼ੇਖ ਨਿਜ਼ਾਮੁਦੀਨ ਔਲੀਆ ਵਿਸ਼ੇਸ਼ ਰੂਪ ਦੇ ਨਾਲ ਪ੍ਰਸਿੱਧ ਸਨ। ਚਿਸ਼ਤੀ ਸੂਫੀਆਂ ਦੇ ਪ੍ਰਸਿੱਧ ਕੇਂਦਰ ਅਜਮੇਰ, ਦਿੱਲੀ, ਪਾਕਪਟਨ, ਥਾਨੇਸਰ, ਹਾਂਸੀ, ਨਾਰਨੌਲ ਅਤੇ ਪਾਣੀਪਤ ਸਨ। ਸੋਹਰਾਵਰਦੀ ਸਿਲਸਿਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਸੋਹਰਾਵਰਦੀ ਸਿਲਸਿਲੇ ਦੇ ਉਪ ਸੰਪਰਦਾਇ ਦੀ ਸਥਾਪਨਾ 13ਵੀਂ ਸਦੀ ਵਿੱਚ ਸ਼ੇਖ ਬਹਾਉਦੀਨ ਜ਼ਕਰੀਆ ਨੇ ਮੁਲਤਾਨ ਦੇ ਵਿੱਚ ਉਸ ਵੇਲੇ ਕੀਤੀ ਸੀ ਔਰ ਇਸ ਸੰਪਰਦਾਇ ਦਾ ਪ੍ਰਸਾਰ ਮੁੱਖ ਰੂਪ ਦੇ ਨਾਲ ਸਿੰਧ ਅਤੇ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਹੋਇਆ ਸੀ। ਇਸ ਦਾ ਮੁੱਖ ਕੇਂਦਰ ਉੱਚ ਮੁਲਤਾਨ ਦੇ ਨੇੜੇ ਸੀ ਔਰ 15ਵੀਂ ਅਤੇ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਉਸ ਵੇਲੇ ਸੋਹਰਾਵਰਦੀ ਸੂਫੀਆਂ ਦੇ ਵਿੱਚੋਂ ਸ਼ੇਖ ਸਮਾਉਦੀਨ ਅਤੇ ਸ਼ੇਖ ਜ਼ਮਾਲੀ ਦੇ ਨਾਮ ਬੜੇ ਹੀ ਪ੍ਰਸਿੱਧ ਸਨ। ਔਰ ਸੂਫੀਆਂ ਦੇ ਵਿੱਚ ਅਗਰ ਅਸੀਂ ਕਾਦਰੀ ਉਪ ਸੰਪਰਦਾਇ ਦੀ ਗੱਲ ਕਰਦੇ ਹਾਂ ਤਾਂ ਉਹ ਪੰਜਾਬ ਦੇ ਵਿੱਚ ਉਸ ਵੇਲੇ ਬਹੁਤ ਹੀ ਜ਼ਿਆਦਾ ਲੋਕਪ੍ਰਿਯ ਹੋਇਆ ਸੀ ਔਰ ਲੋਕ ਉਸ ਸੰਪਰਦਾਇ ਦੇ ਨਾਲ ਕਾਫੀ ਹੱਦ ਤੱਕ ਜੁੜ ਚੁੱਕੇ ਸੀ ਉਸ ਵੇਲੇ। ਨੈਕਸਟ ਹੈ ਸਟੂਡੈਂਟ ਸਾਡੇ ਕੋਲ ਚਿਸ਼ਤੀ ਅਤੇ ਸੋਹਰਾਵਰਦੀ ਵਿੱਚ ਅੰਤਰ, ਕਿ ਡਿਸਸਿਮਿਲੈਰਿਟੀਜ਼ ਬਿਟਵੀਨ ਦਾ ਚਿਸ਼ਤੀਜ਼ ਐਂਡ ਸੋਹਰਾਵਰਦੀਜ਼। ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਸੀਗਾ ਉਸ ਵੇਲੇ ਕਿ ਚਿਸ਼ਤੀ ਅਤੇ ਸੋਹਰਾਵਰਦੀ ਸਿਲਸਿਲਿਆਂ ਦੇ ਵਿੱਚ ਕੋਈ ਸਿਧਾਂਤਿਕ ਮਤਭੇਦ ਤਾਂ ਨਹੀਂ ਸਨ,
परंतु ਵਿਵਹਾਰਿਕ ਤੌਰ ਤੇ ਦੋਨਾਂ ਵਿੱਚ ਕੁਝ ਮੌਲਿਕ ਅੰਤਰ ਜ਼ਰੂਰ ਸਨ। ਚਿਸ਼ਤੀ ਸੰਪਰਦਾਇ ਦੇ ਸੰਤ ਫਕੀਰੀ ਜੀਵਨ ਬਿਤਾਉਣ ਦੇ ਵਿੱਚ ਵਿਸ਼ਵਾਸ ਕਰਦੇ ਸੀ। ਉਹ ਰਾਜਨੀਤੀ ਅਤੇ ਦੋਨਾਂ ਵਿੱਚ ਭਾਵ ਰਾਜਨੀਤੀ ਅਤੇ ਸ਼ਾਸਕਾਂ ਤੋਂ ਆਮ ਤੌਰ ਤੇ ਬਚਦੇ ਰਹਿੰਦੇ ਸੀ, ਉਹਨਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਸੀ ਉਹ। ਇਸ ਕਾਰਨ ਤੁਗਲਕ ਵੰਸ਼ ਦੇ ਸੁਲਤਾਨਾਂ ਦਾ ਉਹਨਾਂ ਦੇ ਪ੍ਰਤੀ ਬਹੁਤ ਹੀ ਮਿੱਤਰਤਾਪੂਰਨ ਦ੍ਰਿਸ਼ਟੀਕੋਣ ਸੀ। ਉਹਨਾਂ ਦੀਆਂ ਖਾਨਕਾਹਾਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਸਨ ਔਰ ਉਹ ਸੰਗੀਤ ਨੂੰ ਪਰਮਾਤਮਾ ਦੀ ਅੱਲਾ ਦੀ ਪ੍ਰਾਪਤੀ ਦਾ ਬਹੁਤ ਹੀ ਇੱਕ ਪ੍ਰਾਪਤੀ ਦੇ ਵਿੱਚ ਬੜਾ ਮਹੱਤਵ ਦਿੰਦੇ ਸੀ ਸੰਗੀਤ ਨੂੰ। ਔਰ ਉਹਨਾਂ ਇਸ ਲਈ ਉੱਥੇ ਉਹ ਕਵਾਲੀਆਂ ਦੇ ਵਿਸ਼ੇਸ਼ ਤੌਰ ਤੇ ਕਾਰਜਕ੍ਰਮ ਵਿਸ਼ੇਸ਼ ਮਹੱਤਵ ਰੱਖਦੇ ਸੀ ਉਹਨਾਂ ਦੀਆਂ ਖਾਨਗਾਹਾਂ ਦੇ ਵਿੱਚ। ਔਰ ਉਹ ਰਾਜ ਦੀ ਸੇਵਾ ਵੀ ਕਰਦੇ, ਉਹ ਰਾਜ ਦੀ ਸੇਵਾ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ। ਜਦੋਂ ਕਿ ਸੋਹਰਾਵਰਦੀ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਸੋਹਰਾਵਰਦੀ ਸਿਲਸਿਲੇ ਇਹ ਰਾਜ ਦੇ ਵਿੱਚ ਵਿਸ਼ੇਸ਼ ਰੂਪ ਨਾਲ ਕਾਰਜ ਵੀ ਨਿਭਾਉਂਦੇ ਸੀ ਔਰ ਫਕੀਰੀ ਜੀਵਨ ਵਿੱਚ ਇਹ ਵਿਸ਼ਵਾਸ ਨਹੀਂ ਕਰਦੇ ਸਨ। ਇਹਨਾਂ ਵਿੱਚੋਂ ਕੁਝ ਧਰਮ ਵਿਭਾਗ ਦੇ ਪਦ ਅਧਿਕਾਰੀ ਵੀ ਹੁੰਦੇ ਸੀ, ਉਹ ਉੱਥੇ ਉਹਨਾਂ ਨੂੰ ਨੌਕਰੀ ਤੇ ਨਿਯੁਕਤ ਵੀ ਕੀਤਾ ਜਾਂਦਾ ਸੀ ਔਰ ਪ੍ਰਭੂ ਭਗਤੀ ਲਈ ਉਹ ਸੰਗੀਤ ਦੀ ਵਰਤੋਂ ਦੇ ਵਿਰੋਧੀ ਵੀ ਹੁੰਦੇ ਸਨ। ਚਿਸ਼ਤੀ ਧਨ ਨੂੰ ਅਧਿਆਤਮਕ ਦੇ ਮਾਰਗ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਸਮਝਦੇ ਸਨ। ਉਹ ਸੰਗੀਤ ਨੂੰ ਜ਼ਿਆਦਾ ਮਹੱਤਵ ਦਿੰਦੇ ਸਨ, ਜਦੋਂ ਕਿ ਸੋਹਰਾਵਰਦੀ ਸੰਗੀਤ ਦੇ ਵਿਰੋਧੀ ਸਨ। ਚਿਸ਼ਤੀਆਂ ਨੇ ਗੈਰ ਮੁਸਲਮਾਨ ਦੇ ਪ੍ਰਤੀ ਉਦਾਰਤਾ ਦਾ ਭਾਵ ਅਪਣਾਇਆ ਸੀ, ਜਦਕਿ ਸੋਹਰਾਵਰਦੀ ਇੰਨੇ ਖੁੱਲ੍ਹੇ ਵਿਚਾਰਾਂ ਦੇ ਨਹੀਂ ਸਨ। ਤਾਂ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਵਿਦਿਆਰਥੀਓ ਕਿ ਚਿਸ਼ਤੀ ਸਿਲਸਿਲੇ ਦੇ ਨੂੰ ਮੰਨਣ ਵਾਲੇ ਜਿਹੜੇ ਸਨ ਜਾਂ ਚਿਸ਼ਤੀ ਸਨ ਉਹ ਫਲੈਕਸੀਬਲ ਹੁੰਦੇ ਸੀਗੇ। ਉਹ ਰਾਜ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ, ਰਾਜਨੀਤੀ ਤੋਂ ਦੂਰ ਰਹਿੰਦੇ ਸੀ। ਜਦੋਂ ਕਿ ਦੂਸਰੇ ਪਾਸੇ ਅਸੀਂ ਜਦੋਂ ਸੋਹਰਾਵਰਦੀ ਦੀ ਗੱਲ ਕਰਦੇ ਹਾਂ, ਸੋਹਰਾਵਰਦੀ ਸਿਲਸਿਲੇ ਦੀ, ਤਾਂ ਉਹ ਰਾਜ ਦੇ ਕੰਮਾਂ ਦੇ ਵਿੱਚ ਵੀ, ਰਾਜ ਦੇ ਧਾਰਮਿਕ ਕੰਮਾਂ ਦੇ ਵਿੱਚ ਆਪਣੀ ਸੇਵਾ ਨਿਭਾਉਂਦੇ ਸੀ। ਉਹ ਸੰਗੀਤ ਨੂੰ ਚੰਗਾ ਨਹੀਂ ਸਮਝਦੇ ਸੀ। ਇਸ ਦੇ ਨਾਲ ਨਾਲ ਉਹ ਉਸ ਵੇਲੇ ਇਹ ਮੰਨਦੇ ਸਨ ਕਿ ਨੱਚਣ ਟੱਪਣ ਭਾਵ ਜਿਵੇਂ ਕਿ ਸੂਫੀਜ਼ ਦੇ ਵਿੱਚ ਕੀ ਸੀ ਕਿ ਉਹ ਨੱਚ ਕੇ ਰੱਬ ਨੂੰ ਅੱਲਾ ਨੂੰ ਮਨਾਉਣ ਦੇ ਵਿੱਚ ਵਿਸ਼ਵਾਸ ਕਰਦੇ ਸਨ। ਇਹ ਤਾਂ ਸੀ ਚਿਸ਼ਤੀ ਅਤੇ ਸੋਹਰਾਵਰਦੀ ਸਿਲਸਿਲੇ ਦੇ ਵਿੱਚ ਅੰਤਰ। ਤਾਂ ਅੱਗੇ ਅਸੀਂ ਕੁਝ ਸੂਫੀ ਸੰਤਾਂ ਦੀ ਗੱਲ ਕਰਦੇ ਹਾਂ ਨੈਕਸਟ ਸਲਾਈਡ ਦੇ ਵਿੱਚ। ਨੈਕਸਟ ਹੈ ਸਾਡੇ ਕੋਲ ਭਾਰਤ ਦੇ ਕੁਝ ਪ੍ਰਸਿੱਧ ਸੂਫੀ ਸੰਤ, ਸਮ ਸੂਫੀ ਸੇਂਟਸ ਇਨ ਇੰਡੀਆ, ਜਿਸ ਦੇ ਵਿੱਚ ਫਸਟ ਹੈ ਸਾਡੇ ਕੋਲ ਦਾਤਾ ਗੰਜ ਬਖਸ਼। ਇਹ ਉਹਨਾਂ ਦੀ ਦਰਗਾਹ ਹੈ ਸਟੂਡੈਂਟਸ, ਦਾਤਾ ਗੰਜ ਬਖਸ਼। ਇਸ ਦੇ ਵਿੱਚ ਤੁਸੀਂ ਦੇਖੋ ਕਿ ਦਾਤਾ ਗੰਜ ਬਖਸ਼ ਦੇ ਜੇ ਅਸੀਂ ਜਾਣਦੇ ਹਾਂ ਉਹਨਾਂ ਦੇ ਬਾਰੇ, ਤਾਂ ਭਾਰਤ ਵਿੱਚ ਰਹਿਣ ਵਾਲੇ ਸੂਫੀ ਸੰਤਾਂ ਵਿੱਚੋਂ ਦਾਤਾ ਗੰਜ ਬਖਸ਼ ਬਹੁਤ ਹੀ ਜ਼ਿਆਦਾ ਪ੍ਰਸਿੱਧ ਸਨ। ਉਹ ਗਜ਼ਨੀ ਤੋਂ ਭਾਰਤ ਆਏ ਸੀਗੇ ਔਰ ਉਹਨਾਂ ਨੇ ਲਾਹੌਰ ਵਿੱਚ ਆਪਣਾ ਨਿਵਾਸ ਸਥਾਨ ਬਣਾਇਆ। ਉਹ ਇੱਕ ਪ੍ਰਸਿੱਧ ਵਿਦਵਾਨ ਸਨ ਔਰ ਉਹਨਾਂ ਨੇ ਮੁਸਲਿਮ ਧਰਮ ਨਾਲ ਸੰਬੰਧਿਤ ਕਈ ਗ੍ਰੰਥਾਂ ਦੀ ਵੀ ਰਚਨਾ ਕੀਤੀ। ਉਸ ਵੇਲੇ ਖਸ਼ ਉਲ ਮਹਿਜ਼ੂਬ ਉਹਨਾਂ ਦਾ ਸਭ ਤੋਂ ਪ੍ਰਸਿੱਧ ਗ੍ਰੰਥ ਸੀ। 1099 1089 AD ਦੇ ਵਿੱਚ ਲਾਹੌਰ ਵਿਖੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉੱਥੇ ਹੀ ਉਹਨਾਂ ਦਾ ਮਕਬਰਾ ਬਣਾਇਆ ਗਿਆ। ਨੈਕਸਟ ਹੈ ख्वाजा मोइनुद्दीन चिश्ती। ये ख्वाजा मोइनुद्दीन चिश्ती ਦੀ ਦਰਗਾਹ ਹੈ ਔਰ मोइनुद्दीन चिश्ती 1192 ਈਸਵੀ ਦੇ ਵਿੱਚ ਈਰਾਨ ਤੋਂ ਭਾਰਤ ਆਏ ਸੀਗੇ ਔਰ ਉਹ ਭਾਰਤ ਵਿੱਚ ਚਿਸ਼ਤੀ ਸਿਲਸਿਲੇ ਦੇ ਸੰਸਥਾਪਕ ਸਨ। ਉਹ ਅਜਮੇਰ ਵਿੱਚ ਵਸ ਗਏ ਸੀ ਔਰ ਉਹਨਾਂ ਨੇ ਅੱਲਾ ਅਤੇ ਮਨੁੱਖ ਦੇ ਵਿੱਚ ਭਾਈਚਾਰੇ ਦਾ ਭਾਵ ਜਗਾਉਣ ਦਾ ਬਹੁਤ ਯਤਨ ਕੀਤਾ ਸੀ। ਉਹ ਹਮੇਸ਼ਾ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਨਿਰੰਤਰ ਸੇਵਾ ਦੇ ਵਿੱਚ ਵੀ ਲੱਗੇ ਰਹਿੰਦੇ ਸੀਗੇ। ਇਸ ਲਈ ਇਸ ਦੇ ਕਾਰਨ ਹੀ ਲੋਕ ਉਹਨਾਂ ਨੂੰ ਗਰੀਬ ਨਿਵਾਜ਼ ਕਹਿ ਕੇ ਬੁਲਾਉਂਦੇ ਸਨ, ਉਹਨਾਂ ਨੂੰ ਪੁਕਾਰਦੇ ਸਨ ਉਸ ਨਾਮ ਦੇ ਨਾਲ। 1236 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀ ਔਰ ਅਜਮੇਰ ਵਿੱਚ ਹੀ ਉਹਨਾਂ ਦਾ ਬਹੁਤ ਵੱਡਾ ਮਕਬਰਾ ਬਣਾਇਆ ਗਿਆ ਜੋ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ। ਨੈਕਸਟ ਹੈ ਸਟੂਡੈਂਟਸ ਸਾਡੇ ਕੋਲ ਸ਼ੇਖ ਕੁਤਬੁਦੀਨ ਬਖਤਿਆਰ ਕਾਕੀ। ਇਹ ਉਹਨਾਂ ਦੀ ਦਰਗਾਹ ਹੈ ਸ਼ੇਖ ਕੁਤਬੁਦੀਨ ਬਖਤਿਆਰ ਕਾਕੀ। ਇਹ ਮੋਇਨੁद्दीन ਚਿਸ਼ਤੀ ਦੇ ਪ੍ਰਸਿੱਧ ਸ਼ਿਸ਼ ਸਨ, ਉਹਨਾਂ ਦੇ ਮੁਰੀਦ ਸਨ। ਉਹ ਭਾਰਤ ਵਿੱਚ ਫਰਗਾਨਾ ਤੋਂ ਆਏ ਸਨ ਅਤੇ ਦਿੱਲੀ ਦੇ ਵਿੱਚ ਵਸ ਗਏ ਸੀਗੇ। ਉਸ ਸਮੇਂ ਦੇ ਸੁਲਤਾਨ ਇਲਤੁਤਮਿਸ਼ ਨੇ ਉਹਨਾਂ ਦਾ ਸਵਾਗਤ ਕੀਤਾ ਸੀ ਅਤੇ ਬੇਨਤੀ ਕੀਤੀ ਸੀ ਕਿ ਉਹ ਮਹਿਲ ਦੇ ਨੇੜੇ ਖਾਨਗਾ ਬਣਾਉਣ। ਉਸ ਸਮੇਂ ਦੇ ਸੁਲਤਾਨ ਇਲਤੁਤਮਿਸ਼ ਨੇ ਬਾਅਦ ਦੇ ਵਿੱਚ ਕਿਉਂਕਿ ਉਹ ਉਸ ਵੇਲੇ ਸ਼ੇਖ ਕੁਤਬੁਦੀਨ ਬਖਤਿਆਰ ਕਾਕੀ ਇਸ ਚੀਜ਼ ਤੋਂ ਦੂਰ ਰਹਿਣਾ ਚਾਹੁੰਦੇ ਸੀ, ਇਸ ਕਰਕੇ ਉਹ ਉੱਥੋਂ ਉਹਨਾਂ ਨੇ ਦੂਰ ਵੀ ਜਾਣਾ ਚਾਹਿਆ, ਜਿਸ ਕਰਕੇ ਕੁਝ ਲੋਕ ਉਹਨਾਂ ਤੋਂ ਨਾਰਾਜ਼ ਵੀ ਹੋ ਗਏ ਸੀ। ਲੇਕਿਨ ਬਾਅਦ ਦੇ ਵਿੱਚ
ਉਹ ਵਾਪਸ ਆ ਕੇ ਉਹ ਉੱਥੇ ਵਸੇ ਸੀ। ਔਰ ਲੇਕਿਨ ਬਾਅਦ ਦੇ ਵਿੱਚ ਜਦੋਂ 1235 ਈਸਵੀ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ, ਔਰ ਇਸੇ ਕਰਕੇ ਬਾਅਦ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇਲਤੁਤਮਿਸ਼ ਨੇ ਦਿੱਲੀ ਦੇ ਵਿੱਚ ਕੁਤਬ ਮੀਨਾਰ ਦਾ ਨਿਰਮਾਣ ਵੀ ਕਰਾਇਆ ਸੀ। ਨੈਕਸਟ ਹੈ ਸ਼ੇਖ ਫਰੀਦ ਉਦੀਨ ਗੰਜ ਏ ਸ਼ੱਕਰ। ਅਸੀਂ ਇਹਨਾਂ ਨੂੰ ਜਦੋਂ ਅਸੀਂ ਸ਼ੇਖ ਫਰੀਦ ਜੀ ਦੀ ਗੱਲ ਕਰਦੇ, ਇਹਨਾਂ ਨੂੰ ਬਾਬਾ ਫਰੀਦ ਦੇ ਨਾਲ ਵੀ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਹੈ। ਔਰ ਉਸ ਵੇਲੇ ਉਹ ਬਖਤਿਆਰ ਕਾਕੀ ਦੇ ਪ੍ਰਸਿੱਧ ਮੁਰੀਦ ਸਨ, ਉਹਨਾਂ ਦੇ ਪ੍ਰਸਿੱਧ ਸ਼ਿਸ਼ ਸਨ। ਉਹਨਾਂ ਦੀ ਗਿਣਤੀ ਚਿਸ਼ਤੀ ਪਰੰਪਰਾ ਦੇ ਪ੍ਰਸਿੱਧ ਸੂਫੀ ਸੰਤਾਂ ਵਿੱਚ ਕੀਤੀ ਜਾਂਦੀ ਹੈ। ਉਹਨਾਂ ਦਾ ਮੁੱਖ ਕੇਂਦਰ ਅਜੋਧਨ ਜੋ ਕਿ ਪਾਕਪਟਨ ਦੇ ਵਿੱਚ ਸੀ। ਉਹਨਾਂ ਨੇ ਲੋਕਾਂ ਨੂੰ ਆਪਸੀ ਪ੍ਰੇਮ ਦਾ ਪਾਠ ਪੜ੍ਹਾਇਆ ਸੀ ਔਰ ਉਹਨਾਂ ਨੇ ਕਈ ਖਾਨਗਾਹਾਂ ਵੀ ਬਣਵਾਈਆਂ ਔਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਿੱਖ ਗ੍ਰੰਥਾਂ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਔਰ ਫਰੀਦ ਜੀ ਦੇ ਸ਼ਲੋਕ ਸਿੱਖਾਂ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਬਾਣੀ ਦਰਜ ਹੈ। ਨੈਕਸਟ ਹੈ ਸ਼ੇਖ ਨਿਜ਼ਾਮਉਦੀਨ ਔਲੀਆ। ਸ਼ੇਖ ਨਿਜ਼ਾਮਉਦੀਨ ਔਲੀਆ ਮੱਧਕਾਲੀਨ ਭਾਰਤ ਦੇ ਪ੍ਰਸਿੱਧ ਸੂਫੀ ਸੰਤਾਂ ਦੇ ਵਿੱਚੋਂ ਇੱਕ ਸਨ। ਉਹ ਸ਼ੇਖ ਫਰੀਦ ਜੀ ਦੇ ਸ਼ਿਸ਼ ਸਨ। ਉਹ ਲੋਕਾਂ ਵਿੱਚ ਸੁਲਤਾਨ ਔਲੀਆ ਅਤੇ ਮਹਿਬੂਬ ਇਲਾਹੀ ਦੇ ਰੂਪ ਵਿੱਚ ਵੀ ਜਾਣੇ ਗਏ ਸਨ। ਉਹ ਬਹੁਤ ਹੀ ਸੁੰਦਰ ਸ਼ਖਸੀਅਤ, ਆਕਰਸ਼ਕ ਸ਼ਖਸੀਅਤ ਦੇ ਮਾਲਕ ਸਨ ਔਰ ਉਹਨਾਂ ਦੇ ਪ੍ਰਸਿੱਧ ਸ਼ਿਸ਼ ਵਿੱਚੋਂ ਅਮੀਰ ਖੁਸਰੋ ਬਹੁਤ ਹੀ ਪ੍ਰਸਿੱਧ ਸਨ। ਦਿੱਲੀ ਵਿੱਚ ਉਹਨਾਂ ਦੀ ਦਰਗਾਹ ਹਿੰਦੂਆਂ ਅਤੇ ਮੁਸਲਮਾਨ ਦੋਨਾਂ ਦੇ ਲਈ ਹੀ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਈ ਸੀ। ਅੱਗੇ ਨੈਕਸਟ ਹੈ ਸਟੂਡੈਂਟ ਸਾਡੇ ਕੋਲ ਸੂਫੀ ਮਤ ਦਾ ਪ੍ਰਭਾਵ, ਇੰਪੈਕਟ ਆਫ ਸੂਫੀਜ਼ਮ। ਸੂਫੀਜ਼ ਦੀ ਗੱਲ ਕਰਦੇ ਹਾਂ ਵਿਦਿਆਰਥੀਓ, ਜਿਵੇਂ ਕਿ ਤੁਸੀਂ ਦੇਖੋ ਕਿ ਇਹ ਅੱਲਾ ਨੂੰ ਮਨਾਉਣ ਦੇ ਲਈ, ਕਿਉਂਕਿ ਉਸ ਵੇਲੇ ਉਹਨਾਂ ਨੇ ਕਵਾਲੀ ਦੀ ਪ੍ਰਥਾ ਪ੍ਰਚਲਿਤ ਕੀਤੀ ਸੀ ਚਿਸ਼ਤੀਜ਼ ਨੇ, ਔਰ ਸੂਫੀ ਲੋਕ ਜੋ ਕਿ ਊਨ ਦੇ ਵਸਤਰ ਪਾ ਕੇ ਉਹ ਰੱਬ ਨੂੰ ਗਾ ਕੇ ਨੱਚ ਕੇ ਉਹ ਮਨਾਉਣ ਦੇ ਵਿੱਚ ਵਿਸ਼ਵਾਸ ਕਰਦੇ ਸੀਗੇ। ਉਹਨਾਂ ਦਾ ਕੀ ਪ੍ਰਭਾਵ ਪਿਆ ਸੀ ਉਸ ਵੇਲੇ ਕਿ ਧਾਰਮਿਕ, ਉਸ ਵੇਲੇ ਇੱਕ ਤਾਂ ਅਸੀਂ ਦੇਖਦੇ ਹਾਂ ਕਿ ਧਾਰਮਿਕ ਸੁਧਾਰਕ ਅੰਦੋਲਨ ਨੂੰ ਜੋਸ਼ ਮਿਲਿਆ ਸੀ। ਸੈਕਿੰਡ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਨੇ ਭਾਈਚਾਰੇ ਦਾ ਪ੍ਰਚਾਰ ਕੀਤਾ ਸੀ ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਉਹਨਾਂ ਨੇ ਧਾਰਮਿਕ ਸਹਿਣਸ਼ੀਲਤਾ ਦਾ ਵਾਤਾਵਰਣ ਵੀ ਬਣਾਇਆ। ਇਸੇ ਤਰ੍ਹਾਂ ਉਹਨਾਂ ਨੇ ਉਰਦੂ ਦੇ ਵਿੱਚ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਕੀਤੀ ਸੀ, ਜਿਸ ਕਰਕੇ ਨਾਲ ਹੀ ਸੰਗੀਤ ਦੇ ਵਿੱਚ ਇੱਕ ਵੱਖਰੇ ਤੌਰ ਤੇ ਵਿਸ਼ੇਸ਼ ਸ਼ੈਲੀ ਕਵਾਲੀ ਦੀ ਪਰੰਪਰਾ ਉਸ ਵੇਲੇ ਸ਼ੁਰੂ ਹੋਈ ਸੀ। ਸੂਫੀਜ਼ ਕਿਉਂਕਿ ਤਿਆਗਪੂਰਨ ਜੀਵਨ ਤੇ ਜ਼ੋਰ ਦਿੰਦੇ ਸੀ, ਇਸ ਕਰਕੇ ਦੀਨ ਦੁਖੀਆਂ ਦੀ ਸੇਵਾ ਦੇ ਵਿੱਚ ਵੀ ਵਿਸ਼ਵਾਸ ਕਰਦੇ ਸੀ, ਜਿਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਵਿਅਕਤੀਆਂ, ਰਾਜਿਆਂ, ਬਾਅਦ ਵਿੱਚ ਸਮਰਾਟਾਂ ਨੇ ਵੀ ਬਹੁਤ ਸਾਰੇ ਹਸਪਤਾਲ ਖੁਲਾਏ ਦੀਨ ਦੁਖੀਆਂ ਦੇ ਲਈ, ਕਈ ਆਸ਼ਰਮ ਵੀ ਬਣਵਾਏ ਸਨ ਉਹਨਾਂ ਨੇ, ਔਰ ਇੱਥੋਂ ਤੱਕ ਕਿ ਕਈ ਐਸੀਆਂ ਉਹਨਾਂ ਨੇ ਸਹੂਲਤਾਂ ਪ੍ਰਦਾਨ ਕੀਤੀਆਂ ਸੀ ਗਰੀਬਾਂ ਨੂੰ। ਉਹ ਸਾਰਾ ਕੁਝ ਉਹਨਾਂ ਨੇ ਇਸ ਮਤ ਦੇ ਪ੍ਰਭਾਵ ਥੱਲੇ ਆ ਕੇ ਉਹਨਾਂ ਨੇ ਕੀਤਾ ਸੀ। ਇਸ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਉਸ ਵੇਲੇ ਅਪਣਾਇਆ ਗਿਆ ਸੀ ਬਾਅਦ ਦੇ ਵਿੱਚ, ਕਿਉਂਕਿ ਸੂਫੀਜ਼ ਔਰ ਮੁਸਲਿਮਸ ਦੇ ਜਗਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਵਿਅਕਤੀ ਨੂੰ ਹਜ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ, ਲੇਕਿਨ ਗਰੀਬ ਲੋਕ ਇੰਨੀ ਦੂਰ ਇੰਨਾ ਪੈਸਾ ਖਰਚ ਕਰਕੇ ਨਹੀਂ ਜਾ ਸਕਦੇ ਸੀ। ਇਸ ਕਰਕੇ ਇਹ ਜੋ ਦਰਗਾਹਾਂ ਬਾਅਦ 'ਚ ਬਣੀਆਂ, ਜੋ ਮਕਬਰੇ ਬਣੇ, ਉਹੀ ਛੋਟੇ ਤੀਰਥ ਸਥਾਨ ਉਹਨਾਂ ਲੋਕਾਂ ਦੇ ਲਈ ਉਹ ਬਣ ਗਏ ਸਨ। ਅੱਗੇ ਚੱਲਦੇ ਹਾਂ ਵਿਦਿਆਰਥੀਓ, ਨੈਕਸਟ ਹੈ ਸਾਡੇ ਕੋਲ ਸ਼ੈਵ ਮਤ ਅਤੇ ਇਸ ਦੇ ਸੰਪਰਦਾਇ, ਸ਼ੈਵਿਜ਼ਮ ਐਂਡ ਇਟਸ ਸਬਜੈਕਟਸ, ਜਿਸ ਦੇ ਵਿੱਚ ਫਸਟ ਹੈ ਸੰਨਿਆਸੀ। ਸ਼ੈਵ ਮਤ ਦਾ ਇੱਕ ਸੰਪਰਦਾਇ ਸੰਨਿਆਸੀਆਂ ਤੇ ਆਧਾਰਿਤ ਸੀ ਔਰ ਇਹ ਲੋਕ ਜੰਗਲਾਂ ਵਿੱਚ ਜਾ ਕੇ ਭਗਵੇਂ ਕੱਪੜਿਆਂ ਵਿੱਚ ਜਾਂ ਫਿਰ ਨੰਗੇ ਸਰੀਰ ਰਹਿੰਦੇ ਸਨ। ਉਹ ਸ਼ਿਵ ਜੀ ਦੇ ਤਰਸ਼ੂਲ ਦੀ ਤਰ੍ਹਾਂ ਆਪਣੇ ਮੱਥੇ ਤੇ ਭਭੂਤੀ ਲਾਉਂਦੇ ਸਨ ਅਤੇ ਉਹਨਾਂ ਨੇ ਕਈ ਮੱਠਾਂ ਦੀ ਉਸ ਵੇਲੇ ਸਥਾਪਨਾ ਕਰ ਲਈ ਸੀ। ਅਸੀਂ ਅੱਗੇ ਗੱਲ ਕਰਦੇ ਹਾਂ ਜੋਗੀਜ਼ ਦੀ, ਕਿ ਦਿੱਲੀ ਸਲਤਨਤ ਕਾਲ ਵਿੱਚ ਸ਼ੈਵ ਮਤ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਅੰਦੋਲਨ ਚੱਲਿਆ ਸੀ ਔਰ ਇਸ ਦੇ ਪ੍ਰਚਾਰਕ ਉਹ ਜੋਗੀ ਖਵਾਉਂਦੇ ਸੀ। ਇਹਨਾਂ ਦੇ ਦੋ ਮੁੱਖ ਸੰਪਰਦਾਇ ਸੀ ਉਸ ਵੇਲੇ, ਅਘੋਰਪੰਥੀ ਜੋਗੀ ਅਤੇ ਨਾਗਪੰਥੀ ਜੋਗੀ। ਨਾਗਪੰਥੀ ਜੋਗੀ ਉਸ ਵੇਲੇ ਜ਼ਿਆਦਾ ਪ੍ਰਸਿੱਧ ਹੋਏ ਸੀ ਔਰ ਉਹ ਸ਼ਿਵ ਨੂੰ ਆਦਿਨਾਥ ਉਸ ਵੇਲੇ ਮੰਨਦੇ ਸਨ। ਉਸ ਤੋਂ ਇਲਾਵਾ ਨਾਗਪੰਥੀ ਸ਼ਿਵ ਤੋਂ ਇਲਾਵਾ ਉਹ ਗੋਰਖਨਾਥ ਅਤੇ 8 ਹੋਰ ਨਾਥਾਂ ਅਤੇ 84 ਸਿੱਧਾਂ ਦੀ ਵੀ ਉਹ ਪੂਜਾ ਕਰਦੇ ਸਨ। ਨੈਕਸਟ ਹੈ ਸਾਡੇ ਕੋਲ ਗੋਰਖਪੰਥੀਆਂ ਦੀ ਦੀਖਿਆ। ਭਗਤੀ ਅਤੇ ਵਿਵਹਾਰਿਕ ਜੀਵਨ ਦੀਆਂ ਕਈ ਅਵਸਥਾਵਾਂ ਨੂੰ ਪਾਰ ਕਰਨ ਅਤੇ ਪ੍ਰੀਖਿਆਵਾਂ ਵਿੱਚ ਸਫਲ ਹੋਣ ਤੇ ਗੋਰਖਪੰਥੀਆਂ ਨੂੰ ਉਹਨਾਂ ਦਾ ਗੁਰੂ ਅੰਤਿਮ ਦੀਖਿਆ ਦਿੰਦਿਆ ਸੀ ਅਤੇ ਉਸ ਸਮੇਂ ਉਹਨਾਂ ਦੇ ਕੰਨਾਂ ਵਿੱਚ ਪੈਰਵੀ ਚਾਕੂ ਨਾਲ ਛੇਦ ਕਰਕੇ ਕੁੰਡਲ ਪਾਏ ਜਾਂਦੇ ਸਨ। ਇਸ ਰਸਮ ਰਿਵਾਜ ਤੋਂ ਬਾਅਦ ਉਸ ਯੋਗੀ ਨੂੰ ਕੰਨ ਫਟਾ ਜੋਗੀ ਕਹਿ ਕੇ ਵੀ ਪੁਕਾਰਿਆ ਜਾਂਦਾ ਸੀ ਅਤੇ ਉਸ ਜੋਗੇ ਦਾ ਸਥਾਨ
ਔਗੜ ਜੋਗੀ ਨਾਲੋਂ ਉੱਚਾ ਸਮਝਿਆ ਜਾਂਦਾ ਸੀ। ਨੈਕਸਟ ਅਸੀਂ ਅੱਗੇ ਚੱਲਦੇ ਹਾਂ ਵਿਦਿਆਰਥੀਓ। ਨੈਕਸਟ ਹੈ ਵੈਸ਼ਨਵ ਭਗਤੀ। ਉਸ ਵੇਲੇ ਮੱਧਕਾਲੀਨ ਭਾਰਤ ਵਿੱਚ ਹਿੰਦੂ ਧਰਮ ਵਿੱਚ ਸੁਧਾਰ ਦੀ ਇੱਕ ਸ਼ਕਤੀਸ਼ਾਲੀ ਲਹਿਰ ਦਾ ਜਨਮ ਹੋਇਆ ਸੀ ਔਰ ਉਸ ਲਹਿਰ ਨੂੰ ਭਗਤੀ ਲਹਿਰ ਜਾਂ ਭਗਤੀ ਅੰਦੋਲਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਔਰ ਉਸ ਦੇ 3 ਮਾਰਗ ਮੁਕਤੀ ਪ੍ਰਾਪਤ ਕਰਨ ਦੇ ਉਹਨਾਂ ਨੇ ਦੱਸੇ ਸੀ ਉਸ ਵੇਲੇ ਕਿ ਭਗਤੀ ਮਾਰਗ, ਕਰਮ ਮਾਰਗ ਅਤੇ ਗਿਆਨ ਮਾਰਗ। ਔਰ ਉਸ ਦੇ ਵਿੱਚ ਅਸੀਂ ਜੋ 2 ਭਗਤੀ ਲਹਿਰ ਦੀਆਂ ਮੁੱਖ ਸੰਪਰਦਾਵਾਂ ਸੀਗੀਆਂ, ਜਿਨ੍ਹਾਂ ਦੇ ਵਿੱਚ ਪਹਿਲੀ ਸੀ ਵੈਸ਼ਨਵ ਭਗਤੀ ਅਤੇ ਦੂਸਰੀ ਸੀ ਸੰਤ ਲਹਿਰ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੈਸ਼ਨਵ ਭਗਤੀ ਨਾਲ ਸੰਬੰਧਿਤ ਭਗਤਾਂ ਦੀ, ਜਿਸ ਦੇ ਵਿੱਚ ਫਸਟ ਹੈ ਰਾਮਾਨੁਜ। ਰਾਮਾਨੁਜ ਦਾ ਜਨਮ 1017 ਈਸਵੀ ਵਿੱਚ ਕਾਂਚੀਪੁਰ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਸੀ ਅਤੇ ਦੱਖਣੀ ਭਾਰਤ ਦੇ ਇਸ ਸੰਤ ਦੀ ਦੀਖਿਆ ਕਾਂਸ਼ੀ ਦੇ ਵਿੱਚ ਹੋਈ ਸੀ। ਉਹਨਾਂ ਨੇ ਜ਼ਿਆਦਾਤਰ ਜੀਵਨ ਆਪਣਾ ਮੈਸੂਰ ਦੇ ਵਿੱਚ ਬਤੀਤ ਕੀਤਾ ਸੀ ਉਸ ਵੇਲੇ, ਔਰ ਉਹ ਇੱਕ ਈਸ਼ਵਰ ਦੇ ਵਿੱਚ ਵਿਸ਼ਵਾਸ ਕਰਦੇ ਸੀ। ਉਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਨਾਲ ਜੁੜੇ ਵੀ ਸੀ। ਨੈਕਸਟ ਹੈ ਨਿੰਬਾਰਕ। ਨਿੰਬਾਰਕ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਤਾਮਿਲ ਬ੍ਰਾਹਮਣ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਔਰ ਉਹਨਾਂ ਨੇ ਮਥੁਰਾ ਵਿੱਚ ਇੱਕ ਆਸ਼ਰਮ ਵੀ ਉਸ ਵੇਲੇ ਸਥਾਪਿਤ ਕੀਤਾ ਸੀ ਔਰ ਇਸ ਆਸ਼ਰਮ ਨਾਲ ਹੀ ਉਹਨਾਂ ਨੇ ਰਾਧਾ ਕ੍ਰਿਸ਼ਨ ਦੀ ਭਗਤੀ ਦਾ ਪ੍ਰਚਾਰ ਕੀਤਾ ਸੀ। ਉਸ ਤੋਂ ਬਾਅਦ ਨੈਕਸਟ ਅਸੀਂ ਚੱਲਦੇ ਹਾਂ ਮਾਧਵ। ਮਾਧਵ ਦੱਖਣੀ ਭਾਰਤ ਵਿੱਚ ਕ੍ਰਿਸ਼ਨ ਭਗਤੀ ਨੂੰ ਪ੍ਰਚਲਿਤ ਕਰਨ ਵਾਲੇ ਭਗਤਾਂ ਦੇ ਵਿੱਚ ਇਹਨਾਂ ਦਾ ਨਾਮ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ। ਉਹ ਕਰਨਾਟਕ ਦੇ ਰਹਿਣ ਵਾਲੇ ਸੀ ਅਤੇ ਉਹਨਾਂ ਨੇ 13ਵੀਂ ਸਦੀ ਦੇ ਵਿੱਚ ਵੈਸ਼ਨਵ ਭਗਤੀ ਦਾ ਪ੍ਰਚਾਰ ਕੀਤਾ ਸੀ ਔਰ ਇਸ ਮਤ ਨੂੰ ਜ਼ਿਆਦਾ ਪ੍ਰਚਲਿਤ ਕਰਨ ਲਈ ਮਾਧਵ ਨੇ ਵੈਸ਼ਨਵ ਮਤ ਨਾਲ ਸੰਬੰਧਿਤ 37 ਕੀ ਪੁਸਤਕਾਂ ਵੀ ਉਸ ਵੇਲੇ ਲਿਖੀਆਂ ਸੀ। ਉਸ ਤੋਂ ਬਾਅਦ ਨੈਕਸਟ ਹੈ ਰਾਮਾਨੰਦ। ਰਾਮਾਨੰਦ ਪ੍ਰਸਿੱਧ ਸਮਾਜ ਸੁਧਾਰਕ ਸਨ ਔਰ ਉਹਨਾਂ ਦਾ ਜਨਮ 1299 ਈਸਵੀ ਦੇ ਵਿੱਚ ਪ੍ਰਯਾਗ ਵਿਖੇ ਇੱਕ ਬ੍ਰਾਹਮਣ ਪਰਿਵਾਰ ਦੇ ਘਰ ਹੋਇਆ ਸੀ ਔਰ ਉਹ ਰਾਮਾਨੁਚਾਰਿਆ ਦੇ ਸ਼ਿਸ਼ ਰਾਘਵ ਨੰਦ ਦੇ ਸ਼ਿਸ਼ ਸਨ। ਉਹਨਾਂ ਨੇ ਉਸ ਵੇਲੇ ਹਿੰਦੀ ਭਾਸ਼ਾ ਦੇ ਵਿੱਚ ਆਪਣੇ ਵਿਚਾਰ ਉਹ ਆਮ ਲੋਕਾਂ ਤੱਕ ਪਹੁੰਚਾਏ ਸਨ। ਰਾਮਾਨੰਦ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਕੀਤਾ ਗਿਆ ਹੈ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਵਲਭਾਚਾਰੀਆ। ਵਲਭਾਚਾਰੀਆ ਕ੍ਰਿਸ਼ਨ ਭਗਤੀ ਦੇ ਇੱਕ ਮੁੱਖ ਸੰਤ ਸੀ ਜਿਨ੍ਹਾਂ ਦਾ ਜਨਮ ਇੱਕ ਤੇਲਗੂ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਨੇ ਮਥੁਰਾ ਦੇ ਨੇੜੇ ਗੋਵਰਧਨ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਸ਼੍ਰੀਨਾਥ ਦੇ ਰੂਪ ਵਿੱਚ ਪੂਜਾ ਲਈ ਇੱਕ ਮੰਦਿਰ ਦੀ ਸਥਾਪਨਾ ਕੀਤੀ ਸੀ ਔਰ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਦੀ ਪੂਜਾ ਦੇ ਲਈ ਇੱਕ ਵੱਡੀ ਪੂਜਾ ਵਿਧੀ ਪ੍ਰਚਲਿਤ ਕੀਤੀ ਸੀ ਉਸ ਵੇਲੇ ਔਰ ਇਸ ਵਿਧੀ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਨੂੰ ਉਹਨਾਂ ਨੂੰ ਸਵੇਰੇ ਉਹਨਾਂ ਨੂੰ ਵਿਧੀ ਪੂਰਵਕ ਸ਼ੰਖ ਘੜਿਆਲ ਵਜਾ ਕੇ ਉਹਨਾਂ ਨੂੰ ਜਗਾਇਆ ਜਾਂਦਾ ਸੀ, ਪ੍ਰਸਾਦ ਭੇਂਟ ਕੀਤਾ ਜਾਂਦਾ ਸੀ, ਆਰਤੀ ਉਤਾਰਨਾ, ਉਹਨਾਂ ਨੂੰ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਾਉਣਾ, ਭੋਗ ਲਗਾਉਣਾ ਤੇ ਫਿਰ ਗਾਵਾਂ ਨੂੰ ਚਰਾਉਣਾ, ਲੈ ਕੇ ਜਾਣਾ। ਇਸ ਤਰ੍ਹਾਂ ਦੁਪਹਿਰ ਦਾ ਭੋਜਨ, ਫਿਰ ਆਰਤੀ ਅਤੇ ਰਾਤ ਨੂੰ ਭੋਗ ਲਗਵਾ ਕੇ ਆਰਾਮ ਕਰਨਾ, ਇਹ ਸਾਰਾ ਕੁਝ ਉਹਨਾਂ ਦੀ ਪੂਜਾ ਵਿਧੀ ਦੇ ਵਿੱਚ ਸ਼ਾਮਲ ਸੀ। ਨੈਕਸਟ ਹੈ ਸਟੂਡੈਂਟਸ ਚੈਤਨਯ ਮਹਾਪ੍ਰਭੂ। ਚੈਤਨਯ ਮਹਾਪ੍ਰਭੂ ਦਾ ਜਨਮ 1485 ਈਸਵੀ ਦੇ ਵਿੱਚ ਬੰਗਾਲ ਦੇ ਨਦੀਆ ਨਾਮੀ ਸਥਾਨ ਤੇ ਹੋਇਆ ਸੀ। ਉਹਨਾਂ ਨੂੰ ਵੈਸ਼ਨਵ ਧਰਮ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਉਹਨਾਂ ਨੇ ਜਾਤੀ ਪ੍ਰਥਾ ਦੀ ਘੋਰ ਨਿੰਦਿਆ ਕੀਤੀ ਸੀ ਉਸ ਵੇਲੇ ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਅਨੁਯਾਈ ਬਣਾਏ, ਉਹਨਾਂ ਵਿੱਚ ਬਹੁਤ ਜ਼ਿਆਦਾ ਨੀਵੇਂ ਵਰਗ ਨਾਲ ਸੰਬੰਧ ਰੱਖਦੇ ਸੀ। ਉਹਨਾਂ ਨੇ ਕੀਰਤਨ ਦੀ ਪ੍ਰਥਾ ਵੀ ਉਸ ਵੇਲੇ ਸ਼ੁਰੂ ਕੀਤੀ ਔਰ ਉਹਨਾਂ ਨੇ ਉਸ ਵੇਲੇ ਲਾਸਟ ਜਿਹੜੇ ਵਰੇ ਆਪਣੀ ਜ਼ਿੰਦਗੀ ਦੇ ਬਿਤਾਏ ਉਹ ਜਗਨਨਾਥਪੁਰੀ ਦੇ ਵਿੱਚ ਉਸ ਵੇਲੇ ਬਿਤਾਏ ਸੀਗੇ। ਇਹ ਤਾਂ ਸੀ ਵੈਸ਼ਨਵ ਭਗਤੀ ਦੇ ਕੁਝ ਮਹਾਨ, ਕੁਝ ਰਿਸਪੈਕਟਡ ਜਿਹੜੇ ਸੰਤ ਸੀਗੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸੇਂਟ ਲਹਿਰ ਦੀ, ਸੰਤ ਲਹਿਰ, ਸੇਂਟ ਮੂਵਮੈਂਟ, ਜੋ ਕਿ ਉਸ ਵੇਲੇ ਕਿਉਂਕਿ ਭਗਤੀ ਲਹਿਰ ਦੇ ਸਾਰੇ ਮੋਢੀ ਰਾਮ ਜਾਂ ਕ੍ਰਿਸ਼ਨ ਜੀ ਦੇ ਪੁਜਾਰੀ ਨਹੀਂ ਸਨ, ਉਹਨਾਂ ਵਿੱਚੋਂ ਕਈ ਨਿਰਗੁਣ ਪਰਮਾਤਮਾ ਦੀ ਭਗਤੀ ਵੀ ਕਰਦੇ ਸੀਗੇ। ਉਹ ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਉਹਨਾਂ ਦੇ ਅਕੋਰਡਿੰਗਲੀ ਕੋਈ ਸਥਾਨ ਨਹੀਂ ਸੀ। ਉਹ ਕਰਮਕਾਂਡ, ਭਾਵ ਜਗ, ਬਲੀ, ਤੀਰਥ ਯਾਤਰਾ ਦੇ ਵਿਰੁੱਧ ਸਨ, ਜਿਨ੍ਹਾਂ ਦੇ ਵਿੱਚ ਕੁਝ ਮਹਾਨ ਸੰਤਾਂ ਦੀ ਅਸੀਂ ਗੱਲ ਕਰਦੇ ਹਾਂ। ਪਹਿਲੇ ਨੇ ਸਾਡੇ ਕੋਲ ਕਬੀਰ ਦਾਸ ਜੀ। ਸੰਤ ਕਬੀਰ ਇੱਕ ਮਹਾਨ ਸੁਧਾਰਕ ਹੋਏ ਹਨ। ਉਹ ਰਾਮਾਨੰਦ ਜੀ ਦੇ ਸ਼ਿਸ਼ ਸੀਗੇ ਔਰ ਉਹਨਾਂ ਨੇ ਈਸ਼ਵਰ ਭਗਤੀ ਦੇ ਲਈ ਉਹਨਾਂ ਨੇ ਇਹ ਕਿਹਾ ਕਿ ਪਰਮਾਤਮਾ ਬੇਕਾਰ ਦੇ ਰੀਤੀ ਰਿਵਾਜਾਂ ਦੀ ਬਜਾਏ ਸ਼ੁੱਧ ਕਰਮਾਂ ਦੇ ਨਾਲ ਹੀ ਮਿਲ ਸਕਦਾ ਹੈ ਔਰ ਉਹ ਈਸ਼ਵਰ ਦੇ ਪ੍ਰਤੀ ਪ੍ਰੇਮ, ਭਗਤੀ ਅਤੇ ਭਾਈਚਾਰੇ ਦੀ ਭਾਵਨਾ ਦੇ ਵਿੱਚ ਜ਼ੋਰ ਦਿੰਦੇ ਸੀ। ਨੈਕਸਟ ਹੈ ਸਾਡੇ ਕੋਲ ਰਵਿਦਾਸ ਜੀ।
ਸੰਤ ਰਵਿਦਾਸ ਜੀ ਦਾ ਜਨਮ ਬਨਾਰਸ ਦੇ ਵਿੱਚ ਹੋਇਆ ਸੀ ਔਰ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਈਸ਼ਵਰ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਔਰ ਜਦੋਂ ਉਹਨਾਂ ਦਾ ਦੇਹਾਂਤ ਹੋਇਆ ਸੀ ਤਾਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉਹਨਾਂ ਨਾਲ ਪਹਿਲਾਂ ਵੀ ਜੁੜ ਗਏ ਸੀ ਔਰ ਬਾਅਦ ਅੱਜ ਵੀ ਉਹਨਾਂ ਦਾ ਨਾਮ ਉਹਨਾਂ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਔਰ ਬਹੁਤ ਹੀ ਸ਼ਰਧਾ ਦੇ ਨਾਲ ਉਹਨਾਂ